जी आया नूं प्यारे विद्यार्थियों, पंजाब स्टेट एजुकेशन बोर्ड की 9th क्लास की इंग्लिश की किताब इंग्लिश मेन कोर्स बुक उसका लैसन नंबर 2 प्लांट्स आल्सो ब्रीथ एंड फील अर्थात पौधे भी ਸਾਹ ਲੈਂਦੇ ਹਨ ਅਤੇ ਮਹਿਸੂਸ ਕਰਦੇ ਹਨ। ਇਸ ਲੈਸਨ ਦਾ ਅਸੀਂ ਬੱਚਿਓ ਹੁਣ ਰੀਡਿੰਗ ਅਤੇ ਟ੍ਰਾਂਸਲੇਸ਼ਨ ਕਰਾਂਗੇ, ਅਰਥਾਤ ਪੂਰੇ ਚੈਪਟਰ ਨੂੰ ਪੂਰੇ ਲੈਸਨ ਨੂੰ ਪੜ੍ਹਿਆ ਜਾਏਗਾ ਤੇ ਉਹਦੇ ਅਰਥ ਕੀਤੇ ਜਾਣਗੇ, ਉਹਦਾ ਤਰਜਮਾ ਕੀਤਾ ਜਾਏਗਾ ਪੰਜਾਬੀ ਵਿੱਚ। ਕਿਤੇ ਵੀਡੀਓ ਬਹੁਤਾ ਵੱਡਾ ਨਾ ਹੋ ਜਾਏ, ਇਸ ਕਰਕੇ ਇਸ ਲੈਸਨ ਨੂੰ ਮੈਂ 2 ਹਿੱਸਿਆਂ ਵਿੱਚ ਵੰਡਿਆ ਹੈ। ਸੋ ਇਹਦੇ ਵਿੱਚ ਅਸੀਂ ਕਰਾਂਗੇ ਪਾਰਟ 1, ਅਰਥਾਤ ਅੱਧਾ ਲੈਸਨ ਇਸ ਵੀਡੀਓ 'ਚ ਕਰਾਂਗੇ ਤੇ ਬਾਕੀ ਜਿਹੜਾ ਅਗਲਾ ਹਿੱਸਾ ਹੈ ਉਹ ਅਸੀਂ ਪਾਰਟ 2 ਵਿੱਚ ਕਰਾਂਗੇ। ਉਹਦੇ ਨਾਲ ਵੀਡੀਓ ਬਹੁਤ ਜ਼ਿਆਦਾ ਲੰਬਾ ਨਹੀਂ ਹੋ ਜਾਏਗਾ, ਠੀਕ ਹੈ। ਸੋ ਤੁਸੀਂ ਆਪਣੀ ਨੋਟਬੁੱਕ ਅਤੇ ਪੈਨ ਲੈ ਲਓ ਤੇ ਜਿਹੜੇ ਇਹਦੇ ਵਿੱਚ ਫਰੇਜ਼ਿਸ ਕੋਈ ਆਉਣਗੇ, ਕੋਈ ਨਵੇਂ ਸ਼ਬਦ ਆਉਣਗੇ ਅੰਗਰੇਜ਼ੀ ਦੇ, ਉਹਨਾਂ ਦੇ ਅਰਥ ਮੈਂ ਸਮਝਾਵਾਂਗਾ, ਉਹ ਤੁਸੀਂ ਨਾਲ ਦੇ ਨਾਲ ਬ੍ਰੈਕਟ ਵਿੱਚ ਨੋਟ ਕਰ ਲੈਣੇ ਨੇ। ਜੇ ਤੁਸੀਂ ਜ਼ਿਆਦਾ ਰੁਚੀ ਦਿਖਾਓ ਤੇ ਪੂਰੇ ਲੈਸਨ ਦੀ ਜਿਹੜੀ ਤਰਜਮਾ ਹੈ ਉਹਨੂੰ ਪੂਰਾ ਨਾਲ ਦੇ ਨਾਲ ਕਾਪੀ ਡਾਊਨ ਕਰ ਲਓ, ਵੀਡੀਓ ਨੂੰ ਪੌਜ਼ ਕਰ ਕਰਕੇ, ਤੇ ਤੁਹਾਡੇ ਲਈ ਇਹ ਬਹੁਤ ਲੈਂਗੁਏਜ ਦੀ ਮੁਹਾਰਤ ਹਾਸਲ ਕਰਨ ਲਈ ਬਹੁਤ ਲਾਹੇਵੰਦ ਗੱਲ ਰਹੇਗੀ। ਤੇ ਇੱਕ ਗੱਲ ਹੋਰ ਦੱਸ ਦਈਏ ਕਿ ਇਸੇ ਚੈਨਲ ਦੇ ਉੱਤੇ 9th ਮੈਥ ਇੱਕ ਆਪਣੀ ਪਲੇਲਿਸਟ ਹੈਗੀ ਹੈ, ਜਿਹਦੇ ਵਿੱਚ ਤੁਹਾਡੀ ਮੈਥ ਦੀ ਕਿਤਾਬ ਸਾਰੀ ਹੱਲ ਕਰਕੇ ਪਾ ਦਿੱਤੀ ਗਈ ਹੈ। ਸੋ ਤੁਸੀਂ ਆਪਣੇ ਜਿਹੜੇ ਸਵਾਲ ਤੁਹਾਨੂੰ ਕਿਸੇ ਵੀ ਚੈਪਟਰ ਦੇ ਕਿਸੇ ਐਕਸਰਸਾਈਜ਼ ਦੇ ਨਹੀਂ ਆਉਂਦੇ ਤੇ ਤੁਸੀਂ ਉਹਨਾਂ ਨੂੰ ਵੀ ਦੇਖ ਕੇ ਸਮਝ ਸਕਦੇ ਹੋ। ਇੱਕ ਹੋਰ ਪਲੇਲਿਸਟ ਹੈ 9th ਸਾਇੰਸ, ਜਿਹਦੇ ਵਿੱਚ ਸਾਇੰਸ ਦੇ ਚੈਪਟਰ ਜਿਹੜੇ ਹੈਗੇ ਨੇ ਉਹਦੇ ਨੋਟਸ, ਉਹਦੇ ਇਨਟੈਕਸਟ ਕੁਐਸਚਨਸ ਤੇ ਉਹਦੀ ਐਕਸਰਸਾਈਜ਼ ਦੇ ਜਿਹੜੇ ਆਨਸਰਸ ਹੈਗੇ ਨੇ, ਕੁਐਸਚਨਸ ਆਨਸਰਸ, ਉਹ ਵੀ ਤਿਆਰ ਕਰਕੇ ਪਾਏ ਜਾ ਰਹੇ ਹਨ। ਚਾਰ ਚੈਪਟਰ ਜਿਹੜੇ ਪਹਿਲੇ ਨੇ ਉਹ ਪੂਰੇ ਹੋ ਚੁੱਕੇ ਹਨ, ਬਾਕੀ ਕੰਮ ਨਾਲ ਦੇ ਨਾਲ ਚੱਲਦਾ ਰਹੇਗਾ। ਸੋ ਤੁਸੀਂ ਸਾਇੰਸ ਦਾ ਜਿਹੜਾ ਹੈ 9th ਕਲਾਸ ਸਾਇੰਸ, ਉਹ ਜਾ ਕੇ ਉਹਦਾ ਬੈਨੀਫਿਟ ਵੀ ਲੈ ਸਕਦੇ ਹੋ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਸਬਸਕ੍ਰਾਈਬ ਨਹੀਂ ਕੀਤਾ, ਤਾਂ ਕਿ ਤੁਹਾਨੂੰ ਅਗਲੇ ਆਉਣ ਵਾਲੇ ਵੀਡੀਓਜ਼ ਦੇ ਬਾਰੇ ਪਤਾ ਲੱਗਦਾ ਰਹੇਗਾ। ਤੇ ਵੀਡੀਓਜ਼ ਨੂੰ ਆਪਣੇ ਮਿੱਤਰਾਂ ਦੇ ਨਾਲ, ਦੋਸਤਾਂ ਦੇ ਨਾਲ, ਆਪਣੇ ਹਮਜਮਾਤੀਆਂ ਦੇ ਨਾਲ ਸ਼ੇਅਰ ਵੀ ਕਰ ਲਿਆ ਕਰੋ। ਸੋ ਆਓ ਸ਼ੁਰੂ ਕਰੀਏ। All of us know that plants have life, but how many of us know that they have hearts, can feel and see? All of us know ਦਾ ਮਤਲਬ ਹੁੰਦਾ ਹੈ ਅਸੀਂ ਸਾਰੇ ਜਾਣਦੇ ਹਾਂ। that ਕਿ plants have life, ਪੌਦਿਆਂ ਕੋਲ ਜਾਨ ਹੁੰਦੀ ਹੈ। but how many, ਪਰ how many of us know ਮਤਲਬ ਕਿ ਸਾਡੇ ਜੋ ਕਿੰਨੇ ਜਾਣਦੇ ਹਨ। that ਕਿ they have hearts, ਉਹਨਾਂ ਕੋਲ ਦਿਲ ਹੁੰਦਾ ਹੈ, can feel ਮਹਿਸੂਸ ਕਰ ਸਕਦੇ ਨੇ, and see ਦੇਖ ਸਕਦੇ ਨੇ। ਸੋ ਸੈਂਟੈਂਸ ਨੂੰ ਪੰਜਾਬੀ 'ਚ ਕਿੱਦਾਂ ਲਿਖਾਂਗੇ? ਅਸੀਂ ਸਾਰੇ ਜਾਣਦੇ ਹਾਂ ਕਿ ਪੌਦਿਆਂ 'ਚ ਜਾਨ ਹੈ, ਪਰ ਸਾਡਿਆਂ 'ਚੋਂ ਕਿੰਨੇ ਜਾਣਦੇ ਹਨ ਕਿ ਉਹਨਾਂ 'ਚ ਦਿਲ ਹੈ, ਉਹ ਮਹਿਸੂਸ ਕਰ ਸਕਦੇ ਹਨ ਅਤੇ ਦੇਖ ਸਕਦੇ ਹਨ। ਦਿਸ ਐਕਸਟਰੈਕਟ ਹੁੰਦਾ ਬੱਚੋ ਟੂਕ, ਕਿਸੇ ਵੱਡੀ ਲਿਖਤ ਵਿੱਚੋਂ ਇੱਕ ਛੋਟਾ ਸੰਖੇਪ ਕਰਕੇ ਹਿੱਸਾ ਲਿਆ ਗਿਆ, ਉਹਨੂੰ ਕਹਿੰਦੇ ਐਕਸਟਰੈਕਟ ਮਾਨੇ ਹਿੱਸਾ, ਠੀਕ ਹੈ, ਜਾਂ ਟੂਕ। ਟੈਲਸ ਅਸ, ਸਾਨੂੰ ਦੱਸਦੀ ਹੈ, ਸਮਥਿੰਗ ਕੁਝ, ਅਬਾਊਟ ਬਾਰੇ, ਦੀ ਸਾਇੰਟਿਸਟ ਵਿਗਿਆਨੀ ਬਾਰੇ, ਉਸ ਵਿਗਿਆਨੀ ਬਾਰੇ, ਹੂ ਮੇਡ ਦਿਸ ਡਰਾਮੈਟਿਕ डिस्कवरी, डिस्कवरी मैंने खोज, ड्रामेटिक मैंने मतलब कि तरथली मचाने वाली, प्रभावशाली, ठीक है, बड़ी जबरदस्त। ये टूक सानू उस विज्ञानी बारे कुछ दसदी है जिसने ये प्रभावशाली खोज की। किहड़ी प्रभावशाली खोज की? कि पौधों च दिल है, पौधे देख सकते ने ते पौधे महसूस कर सकते ने। यह जिहड़ी खोज सी यह बड़ी प्रभावशाली सी, बड़ी ड्रामेटिक सी। ते यह जिहड़ा लेख है यह उस साइंसदान बारे, उस विज्ञानी बारे है। हुण शुरू होंदा है, कहंदे इट वाज एन इवेंट। इवेंट का मतलब होंदा है घटना, ते एन इवेंट मतलब कि एक घटना, क्योंकि इवेंट जिहले असीं इहनूं गुरमुखी च लिखांगे इवेंट नूं ते ईडी नूं सिहारी आएगी। जदों जिहड़ा भी काउंटेबल नाउन होवे ते ਉਹਦੇ ਮੂਹਰੇ ਇਹ ਪਤਾ ਲਗਾਣੇ ਹੋਵੇ ਕਿ ए ਆਏਗਾ ਜਾਂ ਐਨ ਆਏਗਾ, ਜੇ ਸਿੰਗੂਲਰ ਹੈਗਾ ਤੇ ਉਹਨੂੰ ਤੁਸੀਂ ਗੁਰਮੁਖੀ ਵਿੱਚ ਲਿਖੋ, ਤੇ ਜੋ ਊੜਾ ਐੜਾ ਈੜੀ ਤੋਂ ਸ਼ੁਰੂ ਹੁੰਦਾ ਤੇ ਉਹਦੇ ਅੱਗੇ ਐਨ ਆਏਗਾ, ਠੀਕ ਹੈ। ਸੋ ਇਟ ਵਾਜ਼ ਐਨ ਇਵੈਂਟ ਦੈਟ ਸਰਪ੍ਰਾਈਜ਼ਡ, ਜਿਹਨੇ ਹੈਰਾਨ ਕੀਤਾ, ਦੀ ਸਾਇੰਟੀਫਿਕ ਵਰਲਡ, ਵਿਗਿਆਨ ਦੇ ਜਗਤ ਨੂੰ, ਵਿਗਿਆਨਕ ਜਗਤ ਨੂੰ। ਇਹ ਇੱਕ ਘਟਨਾ ਸੀ ਜਿਸਨੇ ਵਿਗਿਆਨਿਕ ਜਗਤ ਨੂੰ ਹੈਰਾਨ ਕੀਤਾ। ਕਿਹੜੀ? ਕਹਿੰਦੇ ਇਟ ਵਾਜ਼ ਐਨ ਅਨਡ੍ਰੀਮਡ ਆਫ ਥਿੰਗ। ਹੁਣ ਬੱਚੋ ਇਹ ਲਿਖ ਲਓ, ਇਹ ਮੁਹਾਵਰਾ ਹੈ, ਅਨਡ੍ਰੀਮਡ ਆਫ। ਅਨਡ੍ਰੀਮਡ ਹੁੰਦਾ ਹੈ, ਡ੍ਰੀਮ ਮੈਨੇ ਹੁੰਦਾ ਸੁਪਨਾ, ਜੇ ਹੋਵੇ ਨਾਉਨ, ਤੇ ਜੇ ਹੋਵੇ ਵਰਬ ਫਿਰ ਡ੍ਰੀਮ ਮੈਨੇ ਹੁੰਦਾ ਸੁਪਨਾ ਲੈਣਾ, ਤੇ ਡ੍ਰੀਮਟ ਮੈਨੇ ਸੁਪਨਾ ਲਿਆ, ਤੇ ਅਨਡ੍ਰੀਮਟ ਹੁੰਦਾ ਹੈ
ਅਨਡ੍ਰੀਮਡ ਦਾ ਮਤਲਬ ਹੁੰਦਾ ਬੱਚਿਓ ਜਿਹਦਾ ਸੁਪਨੇ ਵਿੱਚ ਵੀ ਕਿਆਸ ਨਾ ਕੀਤਾ ਜਾ ਸਕੇ, ਅਰਥਾਤ ਇਹ ਅਨਡ੍ਰੀਮਡ ਆਫ ਦਾ ਮਤਲਬ ਹੋ ਗਿਆ ਨਾ ਮੰਨਣ ਯੋਗ। ਅਨਡ੍ਰੀਮਡ ਆਫ ਹੁੰਦਾ ਹੈ ਜਿਹਦੇ ਬਾਰੇ ਸੁਪਨੇ ਵਿੱਚ ਵੀ ਨਾ ਸੋਚਿਆ ਜਾ ਸਕੇ, ਉਸ ਨੂੰ ਕਿਹਾ ਜਾਂਦਾ ਹੈ ਅਨਡ੍ਰੀਮਡ ਆਫ। ਇਹ ਮੁਹਾਵਰਾ ਹੈ, ਤਾਂ ਮੈਂ ਕਹਿ ਰਿਹਾ ਨੋਟ ਕਰ ਲਓ ਪਹਿਲਾਂ। ਅਨਡ੍ਰੀਮਡ ਆਫ ਦਾ ਮਤਲਬ ਹੁੰਦਾ ਨਾ ਮੰਨਣ ਯੋਗ, ਜਿਹੜੀ ਪੋਸੀਬਲ ਨਹੀਂ ਹੈਗੀ। ਕਹਿੰਦੇ ਇਟ ਵਾਜ਼ ਐਨ ਅਨਡ੍ਰੀਮਡ ਆਫ ਥਿੰਗ, ਇਹ ਨਾ ਮੰਨਣ ਯੋਗ ਗੱਲ ਸੀ, ਮਤਲਬ ਕਿ ਉਹ ਘਟਨਾ ਬਾਰੇ ਜਿਹੜੀ ਗੱਲ ਹੋ ਰਹੀ ਹੈ ਹੁਣ। ਕਹਿੰਦੇ ਹੇਅਰ ਵਾਜ਼ ਅ ਮੈਨ, ਕਹਿੰਦੇ ਇਹ ਉਸ ਬੰਦੇ ਦੀ ਗੱਲ ਹੈ, ਹੂ ਹੈਡ ਬਿਲਟ, ਬਿਲਡ ਮੈਨੇ ਬਣਾਉਣਾ, ਤੇ ਬਿਲਟ ਹੋ ਗਿਆ, ਹੈਡ ਤੋਂ ਬਾਅਦ ਥਰਡ ਫਾਰਮ ਹੈਗੀ ਬਣਾ ਚੁੱਕਾ ਸੀ ਜਾਂ ਬਣਾਇਆ ਸੀ। ਆ ਯੂਨੀਕ, ਯੂਨੀਕ ਦਾ ਮਤਲਬ ਹੁੰਦਾ ਹੈ ਵਿਲੱਖਣ, ਅਨੋਖਾ, ਅਦੁੱਤੀ। ਇੰਸਟਰੂਮੈਂਟ ਯੰਤਰ, ਐਨ ਇੰਸਟਰੂਮੈਂਟ ਦੈਟ ਕੁਡ ਮੈਜ਼ਰ, ਮੈਜ਼ਰ ਹੁੰਦਾ ਮਾਪਣਾ। ਦੀ ਗਰੋਥ ਮੈਨੇ ਵਾਧਾ, ਵਿਕਾਸ ਆਫ ਪਲਾਂਟਸ, ਬੂਟਿਆਂ ਦਾ। ਇਹ ਉਸ ਬੰਦੇ ਦੀ ਗੱਲ ਸੀ ਜਿਸਨੇ ਇੱਕ ਅਨੋਖਾ ਯੰਤਰ ਬਣਾਇਆ ਸੀ, ਇੱਕ ਯੰਤਰ ਜੋ ਬੂਟਿਆਂ ਦੇ ਵਾਧੇ ਨੂੰ ਮਾਪ ਸਕਦਾ ਸੀ, ਵੀ ਬੂਟਾ ਕਿੰਨਾ ਵਧ ਰਿਹਾ, ਉਹਨੂੰ ਉਹਦਾ ਮਾਪ ਸਕਦਾ ਸੀ, ਉਹਨੂੰ ਮਾਪਦੰਡ ਸੀ ਉਹਦੇ। ਫਿਰ ਕਹਿੰਦੇ ਹੇਅਰ ਵਾਜ਼ ਅ ਮੈਨ ਹੂ ਹੈਡ ਪ੍ਰੂਵਡ, ਪ੍ਰੂਵ ਮੈਨੇ ਸਿੱਧ ਕਰਨਾ, ਸਾਬਤ ਕਰਨਾ, ਹੈਡ ਪ੍ਰੂਵਡ ਸਾਬਤ ਕਰ ਚੁੱਕਾ ਸੀ। ਵਿਦ ਦਿਸ ਵੰਡਰਫੁਲ, ਵੰਡਰਫੁਲ ਮੈਨੇ ਹੈਰਾਨ ਕੁਨ, ਠੀਕ ਹੈ, ਮਸ਼ੀਨ ਜਾਂ ਇੰਸਟਰੂਮੈਂਟ ਜਿਹੜਾ ਬਣਾਇਆ ਉਹਦੀ ਗੱਲ ਨਹੀਂ ਹੋ ਰਹੀ। ਦੈਟ ਪਲਾਂਟਸ ਹੈਵ ਹਾਰਟਸ ਐਂਡ ਕੈਨ ਫੀਲ, ਕਿ ਪੌਦਿਆਂ ਕੋ ਵੀ ਦਿਲ ਹੁੰਦੇ ਨੇ ਅਤੇ ਉਹ ਮਹਿਸੂਸ ਕਰ ਸਕਦੇ ਨੇ। ਇਹ ਉਹ ਬੰਦਾ ਸੀ ਜਿਸਨੇ ਆਪਣੇ ਸ਼ਾਨਦਾਰ, ਵੰਡਰਫੁਲ ਸ਼ਾਨਦਾਰ ਯੰਤਰ ਨਾਲ ਇਹ ਸਾਬਤ ਕਰ ਦਿੱਤਾ ਸੀ, ਹੈਡ ਪ੍ਰੂਵਡ, ਕਿ ਪੌਦਿਆਂ 'ਚ ਦਿਲ ਹੁੰਦਾ ਹੈ ਅਤੇ ਉਹ ਮਹਿਸੂਸ ਕਰ ਸਕਦੇ ਹਨ, ਠੀਕ ਹੈ। ਦੀ ਮਸ਼ੀਨ ਸ਼ੋਡ, ਮਸ਼ੀਨ ਨੇ ਇਹ ਗੱਲ ਦਿਖਾਈ, ਇਹ ਗੱਲ ਸਿੱਧ ਕੀਤੀ, ਇਹ ਗੱਲ ਦਰਸਾਈ। ਦੈਟ ਪਲਾਂਟਸ, ਕੇ ਪਲਾਂਟਸ ਹੈਵ ਸਾਈਟ, ਸਾਈਟ ਮੈਨੇ ਹੁੰਦੀ ਨਿਗਾਹ, ਨਜ਼ਰ, ਐਂਡ ਅ ਸੈਂਸ, ਸੈਂਸ ਹੁੰਦਾ ਬੱਚੋ ਇੰਦਰੀ, ਚੇਤਨਤਾ, ਗਿਆਨ ਇੰਦਰੀ। ਵਿਚ ਟੈਲਸ ਦੈਮ, ਜੋ ਉਹਨਾਂ ਨੂੰ ਦੱਸਦੀ ਹੈ, ਕਿਹਨੂੰ, ਦੈਮ ਕੌਣ ਹੈ, ਪੌਦਿਆਂ ਨੂੰ। ਦੈਟ ਅ ਸਟ੍ਰੇਂਜਰ, ਸਟ੍ਰੇਂਜਰ ਮੈਨੇ ਓਪਰਾ ਬੰਦਾ, ਅਜਨਬੀ, ਅਣਜਾਣ। ਇਜ਼ ਅਪਰੋਚਿੰਗ, ਅਪਰੋਚਿੰਗ ਮੈਨੇ ਲਾਗੇ ਆ ਰਿਹਾ ਹੈ। ਕਹਿੰਦੇ ਯੰਤਰ ਨੇ ਇਹ ਦਰਸਾਇਆ ਕਿ ਬੂਟਿਆਂ ਕੋਲ ਨਜ਼ਰ ਹੈ, ਦੇ ਹੈਵ ਅ ਸਾਈਟ, ਅਤੇ ਇੱਕ ਚੇਤਨਤਾ ਹੈ, ਅ ਸੈਂਸ, ਜੋ ਉਹਨਾਂ ਨੂੰ, ਵਿਚ ਟੈਲਸ ਦੈਮ, ਵਿਚ ਟੈਲਸ ਦੈਮ, ਜੋ ਉਹਨਾਂ ਨੂੰ ਲਾਗੇ ਆਉਂਦੇ ਕਿਸੇ ਅਣਜਾਣ ਬੰਦੇ ਬਾਰੇ ਦੱਸਦੀ ਹੈ। ਫਿਰ ਉਹਨੇ ਗੱਲ ਹੋ ਰਹੀ ਹੈ, ਇਹ ਹੈਗੀ ਡਾਇਰੈਕਟ ਸਪੀਚ, ਇਨਵਰਟਿਡ ਕੋਮਾਸ ਵਿੱਚ ਕੋਈ ਬੰਦਾ ਕਹਿ ਰਿਹਾ ਹੈ, ਕਹਿੰਦੇ ਯੂਅਰ ਇੰਸਟਰੂਮੈਂਟ ਇਜ਼ ਅ ਵੰਡਰਫੁਲ ਥਿੰਗ, ਤੁਹਾਡਾ ਯੰਤਰ ਕਮਾਲ ਦੀ ਚੀਜ਼ ਹੈ। ਇਹ ਗੱਲ ਕਿਹਨੇ ਕਹੀ, ਸੈਡ ਦੀ ਗ੍ਰੇਟ ਮੈਨ ਹੂ ਹੈਡ ਕਮ ਟੂ ਦੀ ਪੈਰਿਸ ਕਾਂਗਰਸ ਆਫ ਸਾਇੰਸ 1900, 1900 ਵਿੱਚ ਪੈਰਿਸ ਵਿਖੇ, ਪੈਰਿਸ ਪਤਾ ਬੱਚੋ ਇੱਕ ਸ਼ਹਿਰ ਹੈ ਬੜਾ ਵੱਡਾ, ਫਰਾਂਸ ਦੀ ਰਾਜਧਾਨੀ ਹੈ, ਫਰਾਂਸ ਦੇਸ਼ ਵਿੱਚ ਇੱਕ ਸ਼ਹਿਰ ਹੈ ਪੈਰਿਸ, ਉੱਥੇ ਕਾਂਗਰਸ ਆਫ ਸਾਇੰਸ ਅਰਥਾਤ ਸਾਇੰਸ ਦੀ ਇੱਕ ਕਾਨਫਰੰਸ ਹੋਈ, ਕਾਂਗਰਸ ਹੋਈ, ਠੀਕ ਹੈ 1900 ਵਿੱਚ। ਉੱਥੇ ਬੜੇ ਬੰਦੇ ਮਹਾਨ ਸਾਇੰਸਦਾਨ ਆਏ ਹੋਏ ਸੀਗੇ, ਤੇ ਉੱਥੇ ਉਹ ਯੰਤਰ ਲੈ ਕੇ ਗਿਆ, ਉਹਨੇ ਪੇਸ਼ ਕੀਤਾ ਆਪਣਾ, ਤੇ ਸਾਰੇ ਬੰਦਿਆਂ ਨੇ, ਜਿਹੜੇ ਮਹਾਨ ਸਾਇੰਸਦਾਨ ਸੀ ਜਿਹੜੇ ਉੱਥੇ ਆਏ ਸੀ, ਉਹਨਾਂ ਨੇ ਕਿਹਾ ਯੂਅਰ ਇੰਸਟਰੂਮੈਂਟ ਇਜ਼ ਅ ਵੰਡਰਫੁਲ ਥਿੰਗ, ਤੁਹਾਡਾ ਯੰਤਰ ਕਮਾਲ ਦੀ ਚੀਜ਼ ਹੈ। ਉਹਨਾਂ ਮਹਾਨ ਬੰਦਿਆਂ ਨੇ ਆਖਿਆ ਜੋ 1900 ਦੀ ਪੈਰਿਸ ਵਾਲੀ ਵਿਗਿਆਨ ਦੀ ਕਾਂਗਰਸ 'ਚ ਆਏ ਸਨ, ਅਰਥਾਤ ਇਹ 1900 ਦੀ ਗੱਲ ਹੈ, ਤੇ ਪੈਰਿਸ ਵਿਖੇ ਇਹ ਗੱਲ ਹੋਈ, ਉੱਥੇ ਕਾਂਗਰਸ ਆਫ ਸਾਇੰਸ ਚੱਲ ਰਹੀ ਸੀ, ਉੱਥੇ ਇਹ ਸਾਇੰਟਿਸਟ ਵੀ ਗਿਆ ਸੀ ਜਿਹਦੀ ਗੱਲ ਹੋ ਰਹੀ ਹੈ, ਜਿਹਨੇ ਬਣਾਇਆ ਸੀਗਾ ਯੰਤਰ, ਤੇ ਉੱਥੇ ਹੋਰ ਸਾਇੰਟਿਸਟ ਵੀ ਆਏ ਹੋਏ ਸੀਗੇ। ਦੇ ਵਰ ਅਮੇਜ਼ਡ, ਅਮੇਜ਼ ਮੈਨੇ ਹੱਕੇ ਬੱਕੇ ਰਹਿ ਜਾਣਾ, ਹੈਰਾਨ ਹੋ ਜਾਣਾ। ਐਜ਼ ਦੀ ਇਨਵੈਂਟਰ, ਇਨਵੈਂਟਰ ਹੁੰਦਾ ਕਾਰਡ ਕੱਢਣ ਵਾਲਾ, ਇਨਵੈਂਸ਼ਨ ਹੁੰਦਾ ਕਾਰਡ, ਇਨਵੈਂਟਰ ਜੋ ਕਾਰਡ ਕੱਢਦਾ ਹੈ। ਸ਼ੋਡ ਦਿਖਾਇਆ, ਦੈਮ ਉਹਨਾਂ ਨੂੰ, ਹਾਊ ਟੂ ਯੂਜ਼ ਕਿਵੇਂ ਵਰਤੀ ਜਾਏ, ਦੀ ਮਸ਼ੀਨ ਉਹ ਵਾਲੀ ਮਸ਼ੀਨ। ਕਹਿੰਦੇ ਉਹ ਹੱਕੇ ਬੱਕੇ ਰਹਿ ਗਏ, ਦੇ ਵਰ ਅਮੇਜ਼ਡ, ਜਦੋਂ ਉਸ ਕਾਰਡ ਕੱਢਣ ਵਾਲੇ ਨੇ, ਇਨਵੈਂਟਰ, ਉਹਨਾਂ ਨੂੰ, ਸ਼ੋਡ ਦੈਮ ਦਿਖਾਇਆ, ਯੰਤਰ ਦੀ ਵਰਤੋਂ ਕਰਨੀ ਸਮਝਾਈ, ਦਿਖਾਈ ਸਮਝਾਈ, ਠੀਕ ਹੈ। ਫਿਰ ਉਹਨੇ ਅਗਲਾ ਸਵਾਲ ਪੁੱਛਿਆ, ਵਟ ਡੂ ਯੂ ਕਾਲ ਦਿਸ ਇੰਸਟਰੂਮੈਂਟ, ਤੁਸੀਂ ਇਸ ਯੰਤਰ ਨੂੰ ਕੀ ਕਹਿੰਦੇ ਹੋ, ਉਹਨਾਂ ਲੋਕਾਂ ਨੇ ਪੁੱਛਿਆ। ਦੇ ਆਸਕਡ, ਉਹਨਾਂ ਪੁੱਛਿਆ, ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਪਹਿਲੇ ਉਹਨੂੰ ਇਹ ਗੱਲ ਕਹੀ ਕਿ ਯੂਅਰ ਇੰਸਟਰੂਮੈਂਟ ਇਜ਼ ਅ ਵੰਡਰਫੁਲ ਥਿੰਗ, ਜਦੋਂ ਉਹਨੇ ਉਹਨੂੰ ਵਰਤ ਕੇ ਦੱਸਿਆ ਕਿ ਇੱਦਾਂ ਵਰਤਿਆ ਜਾਂਦਾ ਹੈ, ਤੇ ਫਿਰ ਕਹਿੰਦੇ ਤੂੰ ਇਹਦਾ ਨਾਂ ਕੀ ਰੱਖਿਆ, ਇਹਦਾ ਮਤਲਬ ਇਹਦਾ ਨਾਂ ਕੀ ਹੈ ਇਸ ਯੰਤਰ ਦਾ। ਉਹ ਦੇਖੋ ਯੰਤਰ ਦਾ ਕੀ ਨਾਮ ਹੈ, ਕਹਿੰਦੇ ਆ ਕ੍ਰੈਸਕੋਗ੍ਰਾਫ, ਕ੍ਰੈਸਕੋਗ੍ਰਾਫ ਹੈ ਬੱਚਿਓ, ਸ਼ਬਦ ਨਵਾਂ ਹੈਗਾ, ਮੇਰੇ ਲਈ ਵੀ ਨਵਾਂ ਸੀਗਾ। ਸੋ
ਬੜੀ ਵਧੀਆ ਗੱਲ, ਇੱਕ ਨਵਾਂ ਸ਼ਬਦ ਅਸੀਂ ਸਿੱਖਿਆ। ਕ੍ਰੈਸਕੋਗ੍ਰਾਫ ਹੁੰਦਾ ਬੱਚੋ ਜਿਹੜਾ ਪੌਦਿਆਂ ਦੇ ਵਿਕਾਸ ਨੂੰ ਮਾਪਦਾ ਹੈ। ਸੋ ਇਹ ਸਪੈਲਿੰਗ ਚੰਗੀ ਤਰ੍ਹਾਂ ਯਾਦ ਕਰ ਲਵੋ। ਇਸ ਸ਼ਬਦ ਨੂੰ 8-10 ਵਾਰ ਲਿਖੋ ਬਾਰ-ਬਾਰ ਰਫ ਪੇਪਰ ਤੇ ਤਾਂ ਕਿ ਪੱਕਾ ਹੋ ਜਾਏ। ਠੀਕ ਹੈ। ਰਿਪਲਾਈਡ, ਰਿਪਲਾਈ ਮੈਨੇ ਜਵਾਬ ਦੇਣਾ, ਰਿਪਲਾਈਡ ਜਵਾਬ ਦਿੱਤਾ। ਕਿਹਨੇ? ਜਗਦੀਸ਼ ਚੰਦਰ ਬੋਸ, ਇਹ ਉਸ ਸਾਇੰਟਿਸਟ ਦਾ ਨਾਮ ਸੀ ਇੰਡੀਅਨ। ਦੀ ਗ੍ਰੇਟ ਸਾਇੰਟਿਸਟ, ਮਹਾਨ ਸਾਇੰਸਦਾਨ, ਮਹਾਨ ਵਿਗਿਆਨੀ, ਹੂ ਹੈਡ ਬਿਲਟ ਦਿਸ ਵੰਡਰਫੁਲ ਮਸ਼ੀਨ, ਜਿਨੇ ਇਹ ਨਿਰਾਲਾ, ਅਨੋਖਾ, ਮਹਾਨ, ਸ਼ਾਨਦਾਰ, ਕਮਾਲ ਦਾ ਯੰਤਰ ਬਣਾਇਆ ਸੀ। ਮਹਾਨ ਵਿਗਿਆਨੀ ਜਗਦੀਸ਼ ਚੰਦਰ ਬੋਸ, ਜਿਸਨੇ ਨਿਰਾਲਾ ਯੰਤਰ ਬਣਾਇਆ ਸੀ, ਨੇ ਜਵਾਬ ਦਿੱਤਾ। ਠੀਕ ਹੈ। ਫਿਰ ਕਹਿੰਦੇ ਐਂਡ ਵੇਅਰ ਵਾਜ਼ ਇਟ ਮੇਡ, ਹੁਣ ਅਗਲਾ ਸਵਾਲ ਪੁੱਛਿਆ ਉਹਨਾਂ ਨੇ, ਦੀ ਸਾਇੰਟਿਸਟ ਆਸਕਡ, ਅਤੇ ਇਹ ਕਿੱਥੇ ਬਣਾਇਆ ਗਿਆ, ਵਿਗਿਆਨੀਆਂ ਨੇ ਪੁੱਛਿਆ। ਉਹਨਾਂ ਵਿਗਿਆਨੀਆਂ ਨੇ ਜੋ ਗੱਲਬਾਤ ਕਰ ਰਹੇ ਸੀਗੇ, ਪਹਿਲੇ ਵੀ ਕਿਹਾ ਵੀ ਤੁਹਾਡਾ ਯੰਤਰ ਤੇ ਬੜਾ ਕਮਾਲ ਦਾ ਹੈਗਾ, ਫਿਰ ਉਹਨਾਂ ਨੇ ਵਰਤੋਂ ਸਿਖਾਈ। ਫਿਰ ਕਹਿੰਦੇ ਵਟ ਇਜ਼ ਇਟ ਕਾਲਡ, ਇਹਨੂੰ ਕੀ ਕਿਹਾ ਜਾਂਦਾ ਹੈ, ਉਹਨੇ ਕ੍ਰੈਸਕੋਗ੍ਰਾਫ। ਫਿਰ ਕਹਿੰਦੇ ਵੇਅਰ ਵਾਜ਼ ਇਟ ਮੇਡ, ਇਹ ਕਿੱਥੇ ਬਣਾਇਆ ਗਿਆ, ਵਿਗਿਆਨੀ ਨੇ। ਉਹ ਕਹਿੰਦਾ ਇਨ ਇੰਡੀਆ, ਭਾਰਤ ਵਿੱਚ। ਵਾਜ਼ ਦੀ ਆਨਸਰ, ਇਹ ਵਾਲਾ ਜਵਾਬ ਸੀ, ਭਾਰਤ ਵਿੱਚ ਉਹਦਾ ਜਵਾਬ ਸੀ। ਉਹਨੇ ਜਵਾਬ ਦਿੱਤਾ ਕਿ ਇਹ ਭਾਰਤ ਵਿੱਚ ਬਣਾਇਆ ਗਿਆ। ਦੀ ਰਿਪਲਾਈ, ਇਹ ਜਵਾਬ। ਕਾਜ਼ਡ, ਉਹਨੇ ਕੀਤਾ, ਕਾਰਨ ਦਾ ਮਤਲਬ ਸਬਬ ਬਣਿਆ। ਕਾਹਦਾ? ਗ੍ਰੇਟਰ ਸਰਪ੍ਰਾਈਜ਼, ਹੋਰ ਵੀ ਜ਼ਿਆਦਾ ਹੈਰਾਨੀ। ਇਸ ਜਵਾਬ ਨੇ ਹੋਰ ਵੀ ਹੈਰਾਨੀ ਪੈਦਾ ਕੀਤੀ। ਠੀਕ ਹੈ। ਫਿਰ ਕਹਿੰਦੇ ਇੰਡੀਆ ਇਨ ਦੀ 19th ਸੈਂਚੁਰੀ, ਕਿਉਂਕਿ 1900 ਦੀ ਗੱਲ ਹੈ ਨਾ, ਸੋ ਇਹ ਸਦੀ ਹਾਲੇ ਸ਼ੁਰੂ ਹੋਈ ਹੈ। ਸੋ ਇੰਡੀਆ ਇਨ ਦੀ 19th ਸੈਂਚੁਰੀ ਮਤਲਬ ਕਿ 1800 ਤੋਂ ਲੈ ਕੇ 1900 ਤੱਕ ਦੀ ਗੱਲ ਹੈ। ਵਾਜ਼ ਵੈਲ ਨੋਨ ਫॉर ਇਟਸ ਗ੍ਰੇਟਨੈਸ, ਗ੍ਰੇਟ ਮੈਨੇ ਹੁੰਦਾ ਮਹਾਨ, ਤੇ ਗ੍ਰੇਟਨੈਸ ਹੁੰਦਾ ਮਹਾਨਤਾ। ਠੀਕ ਹੈ। ਜਾਂ ਕੋਈ ਚੰਗੀ ਚੀਜ਼, ਚੰਗੀ ਚੰਗੀ ਤਰ੍ਹਾਂ ਦਾ ਬੰਦਾ ਬੜਾ ਮਸ਼ਹੂਰ ਹੋਵੇ, ਜਾਣਦਾ ਹੋਵੇ, ਹੈ ਨਾ, ਉਹਨੂੰ ਕਿਹਾ ਜਾਂਦਾ। ਇਨ ਦੀ ਫੀਲਡਸ ਆਫ, ਖੇਤਰਾਂ ਵਿੱਚ, ਫਾਈਨ ਆਰਟਸ, ਕਲਾ, ਲਿਟਰੇਚਰ, ਸਾਹਿਤ, ਫਿਲਾਸਫੀ, ਦਰਸ਼ਨ। ਠੀਕ ਹੈ। 19ਵੀਂ ਸਦੀ ਵਿੱਚ ਭਾਰਤ ਕਲਾ, ਸਾਹਿਤ ਅਤੇ ਦਰਸ਼ਨਾਂ ਦੇ ਖੇਤਰ ਵਿੱਚ ਮਹਾਨ ਕੰਮਾਂ ਲਈ ਚੰਗੀ ਤਰ੍ਹਾਂ ਜਾਣਿਆ ਜਾਂਦਾ ਸੀ। ਠੀਕ ਹੈ। ਵੈਲ ਨੋਨ, ਚੰਗੀ ਤਰ੍ਹਾਂ ਜਾਣਿਆ ਜਾਂਦਾ ਸੀ। ਫॉर ਗ੍ਰੇਟਨੈਸ, ਮਹਾਨਤਾ ਲਈ, ਮਹਾਨ ਕੰਮਾਂ ਲਈ। ਇਨ ਦੀ ਫੀਲਡਸ ਆਫ, ਇਹਨਾਂ ਖੇਤਰਾਂ ਵਿੱਚ। ਬਟ ਇਨ ਦੀ ਫੀਲਡ ਆਫ ਸਾਇੰਸ, ਪਰ ਵਿਗਿਆਨ ਦੇ ਖੇਤਰ ਵਿੱਚ, ਇਟ ਹੈਡ ਨਾਟ ਪ੍ਰੋਗਰੈਸ ਮਚ, ਇਹਨੇ ਕੋਈ ਬਹੁਤੀ ਤਰੱਕੀ ਨਹੀਂ ਸੀ ਕੀਤੀ। ਸੋ ਪਰ ਵਿਗਿਆਨ ਦੇ ਖੇਤਰ ਵਿੱਚ ਇਸਨੇ ਬਹੁਤੀ ਤਰੱਕੀ ਨਹੀਂ ਸੀ ਕੀਤੀ। ਠੀਕ ਹੈ। ਅੱਗੇ ਚਲੀਏ। ਸੋ ਇਸ ਕਰਕੇ ਇਹ ਗੱਲ ਤੇ ਸਾਰੇ ਜਗਤ ਨੂੰ ਪਤਾ ਸੀ ਕਿ ਇੰਡੀਆ 19ਵੀਂ ਸਦੀ ਵਿੱਚ ਕਲਾ ਲਈ, ਸਾਹਿਤ ਲਈ ਤੇ ਦਰਸ਼ਨ ਲਈ ਤੇ ਜਾਣਿਆ ਜਾਂਦਾ ਸੀਗਾ, ਪਰ ਸਾਇੰਸ ਦੀ ਕੋਈ ਗੱਲ ਨਹੀਂ ਸੀ। ਤੇ ਜਦੋਂ ਉਹਨਾਂ ਨੇ ਦੇਖਿਆ ਕਿ ਇਹ ਇੰਡੀਆ ਵਿੱਚ ਬਣਾਇਆ ਗਿਆ ਔਰ ਇੰਨਾ ਕਮਾਲ ਦਾ ਯੰਤਰ ਹੈ, ਤੇ ਉਹਨਾਂ ਵਾਸਤੇ ਇਹ ਗੱਲ ਬੜੀ ਹੈਰਾਨੀ ਵਾਲੀ ਸੀਗੀ। ਠੀਕ ਹੈ। ਕਹਿੰਦੇ ਸਰ ਜਗਦੀਸ਼ ਚੰਦਰ ਬੋਸ, ਸਰ ਬੱਚਿਓ ਇੱਕ ਜਿਹਦਾ ਆਨਰਿਫਿਕ ਹੁੰਦਾ ਹੈ, ਇੱਕ ਸਤਿਕਾਰ ਵਜੋਂ ਸ਼੍ਰੀਮਾਨ ਕਹਿ ਲੈਂਦੇ ਆਪਾਂ ਨਾ, ਉਹਨੂੰ ਅਸੀਂ ਕਹਿੰਦੇ ਹਾਂ ਸਰ। ਸੋ ਸਰ ਜਗਦੀਸ਼ ਚੰਦਰ ਬੋਸ ਵਿਦ ਹਿਜ਼ ਇਨਵੈਂਸ਼ਨ, ਇਨਵੈਂਸ਼ਨ ਹੁੰਦਾ ਕਾਰਡ, ਜਿਹੜੀ ਕਾਰਡ ਕੱਢੀ ਗਈ ਹੋਵੇ। ਇਨਵੈਂਸ਼ਨ ਮਨੇ ਉਹ ਜਿਹੜੀ ਉਹਨੇ ਚੀਜ਼ ਬਣਾਈ ਸੀ, ਉਹਦੀ ਕਾਰਡ ਸੀ ਜਿਹੜੀ। ਮੇਡ ਅ ਨੇਮ, ਮੇਡ ਅ ਨੇਮ ਮਨੇ ਨਾਂ ਖੱਟਿਆ, ਨਾਂ ਬਣਾਇਆ। ਫॉर ਹਿਮਸੈਲਫ, ਆਪਣੇ ਲਈ, ਐਂਡ ਹਿਜ਼ ਕੰਟਰੀ, ਆਪਣੇ ਦੇਸ਼ ਲਈ। ਇਨ ਦੀ ਸਾਇੰਟੀਫਿਕ ਵਰਲਡ, ਵਿਗਿਆਨ ਦੇ ਜਗਤ ਵਿੱਚ। ਅਰਥਾਤ ਜਗਦੀਸ਼ ਚੰਦਰ ਬੋਸ ਨੇ ਆਪਣੀ ਇਸ ਕਾਰਡ ਕਰਕੇ, ਵਿਦ ਹਿਜ਼ ਇਨਵੈਂਸ਼ਨ, ਕਾਰਡ ਕਰਕੇ ਵਿਗਿਆਨ ਦੇ ਖੇਤਰ ਵਿੱਚ, ਇਨ ਦੀ ਸਾਇੰਟੀਫਿਕ ਵਰਲਡ, ਆਪਣੇ ਲਈ, ਫॉर ਹਿਮਸੈਲਫ, ਆਪਣੇ ਦੇਸ਼ ਲਈ, ਐਂਡ ਹਿਜ਼ ਕੰਟਰੀ, ਨਾਮਣਾ ਖੱਟਿਆ। ਨਾਮਣਾ ਖੱਟਿਆ, ਮੇਡ ਆ ਨੇਮ, ਟੂ ਮੇਕ ਆ ਨੇਮ, ਨਾਂ ਬਣਾਉਣਾ, ਨਾਮਣਾ ਖੱਟਣਾ, ਉਹਨੂੰ ਕਹਿੰਦੇ ਮੇਕ ਆ ਨੇਮ। ਮੇਡ ਆ ਨੇਮ, ਉਹਨੇ ਇਹ ਕਾਰਡ ਕੱਢ ਕੇ ਦੇਸ਼ ਨੂੰ ਤੇ ਆਪਣੇ ਆਪ ਨੂੰ ਮਸ਼ਹੂਰ ਕਰਤਾ, ਉਹਨਾਂ ਦਾ ਨਾਂ ਬਣ ਗਿਆ। ਬੋਸ ਵਾਸ ਬੋਰਨ ਇਨ 1858 ਇਨ ਅ ਵਿਲੇਜ, ਵਿਲੇਜ ਮੈਨੇ ਪਿੰਡ, ਇਨ ਬੰਗਾਲ। ਬੋਸ ਦਾ ਜਨਮ ਬੰਗਾਲ ਦੇ ਇੱਕ ਪਿੰਡ ਵਿੱਚ 1858 ਵਿੱਚ ਹੋਇਆ। ਆਫਟਰ ਸਟੱਡਿੰਗ ਫਿਜ਼ਿਕਸ, ਫਿਜ਼ਿਕਸ ਪੜ੍ਹਨ ਤੋਂ ਬਾਅਦ, ਭੌਤਿਕ ਗਿਆਨ, ਪਦਾਰਥ ਗਿਆਨ ਪੜ੍ਹਨ ਤੋਂ ਬਾਅਦ, ਕਿੱਥੇ? ਐਟ ਕੈਲਕਟਾ ਯੂਨੀਵਰਸਿਟੀ, ਕਲਕੱਤਾ ਦੀ ਯੂਨੀਵਰਸਿਟੀ ਵਿਖੇ। ਹੀ ਵੈਂਟ, ਉਹ ਗਏ, ਟੂ ਇੰਗਲੈਂਡ, ਵਿਲਾਇਤ, ਫॉर ਫਰਦਰ ਸਟੱਡੀਜ਼, ਫਰਦਰ ਸਟੱਡੀ ਮੈਨੇ ਅਗਲੇਰੀ ਪੜ੍ਹਾਈ ਲਈ। ਠੀਕ ਹੈ। ਹੋਰ ਹਾਇਰ ਸਟੱਡੀ ਲਈ। ਕਲਕੱਤਾ ਯੂਨੀਵਰਸਿਟੀ 'ਚ ਭੌਤਿਕ ਵਿਗਿਆਨ ਪੜ੍ਹਨ ਮਗਰੋਂ ਅਗਲੇਰੀ ਪੜ੍ਹਾਈ ਲਈ ਉਹ ਵਿਲਾਇਤ ਗਏ। ਫਿਰ ਆ ਗਿਆ ਹੀ ਗ੍ਰੈਜੂਏਟਡ ਫਰੋਮ ਕੈਂਬਰਿਜ। ਕੈਂਬਰਿਜ ਬੱਚੋ ਯੂਨੀਵਰਸਿਟੀ ਦਾ ਨਾਮ ਹੈਗਾ, ਯੂਕੇ ਦੇ ਵਿੱਚ, ਇੰਗਲੈਂਡ ਵਿੱਚ ਇੱਕ ਯੂਨੀਵਰਸਿਟੀ ਕੈਂਬਰਿਜ ਯੂਨੀਵਰਸਿਟੀ ਹੈਗੀ ਹੈ, ਇੱਕ ਆਕਸਫੋਰਡ ਵੀ ਹੈਗੀ ਹੈ, ਬੜੀ ਮਸ਼ਹੂਰ ਹੈਗੀਆਂ ਉੱਥੇ ਦੀਆਂ। ਸੋ ਹੀ ਗ੍ਰੈਜੂਏਟਡ ਫਰੋਮ ਕੈਂਬਰਿਜ, ਉਹਨਾਂ ਨੇ ਕੈਂਬਰਿਜ ਤੋਂ ਆਪਣੀ ਬੈਚਲਰ ਡਿਗਰੀ ਕੀਤੀ। ਠੀਕ ਹੈ। ਦੈਨ ਰਿਟਰਨਡ, ਰਿਟਰਨ ਮੈਨੇ ਮੁੜਨਾ, ਵਾਪਸ ਆਣਾ, ਰਿਟਰਨ ਮੈਨੇ ਵਾਪਸ ਮੁੜੇ। ਟੂ ਇੰਡੀਆ, ਇੰਡੀਆ 'ਚ ਆ ਗਏ,
एंड वाज अपॉइंटेड, अपॉइंटमेंट थापे गए प्रोफैसर ऑफ फिजिक्स, फिजिक्स के प्रोफैसर किथे, प्रेजिडेंसी कॉलेज इन कलकत्ता, कलकत्ते के प्रेजिडेंसी कॉलेज ਵਿੱਚ ਉਹ ਪ੍ਰੋਫੈਸਰ ਆਫ ਫਿਜ਼ਿਕਸ ਥਾਪੇ ਗਏ। ਉਹਨਾਂ ਨੇ ਕੈਂਬਰਿਜ ਤੋਂ ਡਿਗਰੀ ਕੀਤੀ, ਗ੍ਰੈਜੂਏਟਡ ਫਰਮ ਕੈਂਬਰਿਜ, ਤੇ ਫਿਰ ਭਾਰਤ ਮੁੜ ਆਏ, ਰਿਟਰਨ ਟੂ ਇੰਡੀਆ, ਅਤੇ ਉਹਨਾਂ ਨੇ ਕਲਕੱਤੇ ਵਿੱਚ ਪ੍ਰੈਜ਼ੀਡੈਂਸੀ ਕਾਲਜ ਪਦਾਰਥ ਵਿਗਿਆਨ ਦੇ ਪ੍ਰੋਫੈਸਰ ਥਾਪਿਆ ਗਿਆ। ਉਹਨਾਂ ਨੂੰ ਹੀ ਵਾਜ਼ ਅਪਾਇੰਟਡ, ਉਹਨਾਂ ਨੂੰ ਥਾਪਿਆ ਗਿਆ। ਅ 3-year struggle begin, 3 ਸਾਲ ਦਾ ਜਦੋਜਹਿਦ ਤਣਾਤਣੀ ਸ਼ੁਰੂ ਹੋਈ। ਕਿਹਦੇ ਵਿੱਚ? ਬਿਟਵੀਨ ਬੋਸ, ਜਗਦੀਸ਼ ਚੰਦਰ ਬੋਸ ਵਿੱਚ, ਐਂਡ ਦੀ ਗਵਰਨਮੈਂਟ, ਤੇ ਸਰਕਾਰ ਵਿੱਚ। ਹੁਣ ਬੱਚਾ 1900 ਦੇ ਲਾਗੇ ਛਾਗੇ ਦੀ ਗੱਲ ਹੈ। ਸਾਡਾ ਦੇਸ਼ ਤੇ ਆਜ਼ਾਦ ਹੋਇਆ ਸੀ 1947 ਵਿੱਚ, ਤੇ 1947 ਤੱਕ ਗੋਰਿਆਂ ਦਾ ਰਾਜ ਸੀ, ਬ੍ਰਿਟਿਸ਼ ਲੋਕਾਂ ਦਾ ਰਾਜ ਸੀਗਾ। ਸੋ ਸਰਕਾਰ ਕਿਹੜੀ ਹੈਗੀ ਹੈ? ਬ੍ਰਿਟਿਸ਼ ਗਵਰਨਮੈਂਟ, ਜਿਹੜੀ ਉਸ ਵੇਲੇ ਇੰਡੀਆ ਤੇ ਰਾਜ ਕਰ ਰਹੀ ਸੀ। ਇਨ ਵਿਚ ਹੀ ਵਾਜ਼ ਵਿਕਟੋਰੀਅਸ, ਜਿਸ ਜੰਗ ਵਿੱਚ, ਜਿਸ ਜਦੋਜਹਿਦ ਵਿੱਚ ਉਹ ਜੇਤੂ ਰਹੇ। ਵਿਕਟੋਰੀਅਸ ਦਾ ਮਤਲਬ ਹੁੰਦਾ ਜੇਤੂ, ਵਿਕਟਰੀ ਦਾ ਮਤਲਬ ਹੁੰਦਾ ਜਿੱਤ, ਵਿਕਟੋਰੀਅਸ ਜਿਹੜਾ ਹੈ ਜੇਤੂ, ਜੋ ਜਿੱਤ ਪ੍ਰਾਪਤ ਕਰਦਾ ਹੈ, ਉਹਨੂੰ ਕਿਹਾ ਜਾਂਦਾ ਵਿਕਟੋਰੀਅਸ। ਇਹ ਲਿਖੀ ਜਾਓ ਸਾਰੀ ਗੱਲਾਂ। ਜੇ ਮੈਂ ਇੱਥੇ ਕਰਦਾ VICTORY ਕਰ ਦੇਵਾਂ, ਇੱਥੇ ਆਰ ਤੋਂ ਬਾਅਦ ਕੱਲਾ ਵਾਈ ਆ ਜਾਏ ਤੇ ਬਾਕੀ ਸਾਰਾ ਉੜ ਜਾਏ, ਤੇ ਬਣ ਜਾਏਗਾ ਵਿਕਟਰੀ। ਵਿਕਟਰੀ ਦਾ ਮਤਲਬ ਹੁੰਦਾ ਜਿੱਤ, ਤੇ ਵਿਕਟੋਰੀਅਸ ਜਿੱਤ ਪ੍ਰਾਪਤ ਕਰਨ ਵਾਲਾ। ਬੋਸ ਅਤੇ ਸਰਕਾਰ ਵਿੱਚ 3 ਸਾਲ ਲਈ 3 year ਤਣਾਤਣੀ ਚੱਲੀ, ਤਣਾਤਣੀ, ਖਿੱਚ ਤੂ, ਹਨਾ, ਜਦੋਜਹਿਦ, ਬਹਿਸ, ਲੜਾਈ, ਸਟਰਗਲ, ਸੰਘਰਸ਼, ਜਿਸ ਵਿੱਚ ਉਹ ਜੇਤੂ ਰਹੇ। ਜਗਦੀਸ਼ ਚੰਦਰ ਬੋਸ ਜਿਹੜੇ ਸੀ ਉਹ ਜੇਤੂ ਰਹੇ। ਹੁਣ ਦੇਖਿਓ ਜਦੋਜਹਿਦ ਕਾਹਦੀ ਸੀ, ਤਣਾਤਣੀ ਕਿਹੜੀ ਸੀ? ਐਨ ਇੰਡੀਅਨ, ਇੱਕ ਭਾਰਤੀ, ਕੋਈ ਵੀ। ਇਨ ਦੋਜ਼ ਡੇਜ਼, ਉਹਨਾਂ ਦਿਨਾਂ ਵਿੱਚ, ਆਫ ਬ੍ਰਿਟਿਸ਼ ਰੂਲ, ਗੋਰਿਆਂ ਦੇ ਰਾਜ ਵਿੱਚ, ਯੂਜ਼ੂਅਲੀ, ਆਮ ਤੌਰ ਤੇ, ਰਿਸੀਵਡ, ਪ੍ਰਾਪਤ ਕਰਦਾ ਸੀ, 2/3, 2/3 ਆਫ ਦੀ ਸੈਲਰੀ, ਤਨਖਾਹ ਦਾ 2/3, ਪੇਡ ਟੂ ਅ ਯੂਰਪੀਅਨ ਪ੍ਰੋਫੈਸਰ, ਗੋਰਾ ਪ੍ਰੋਫੈਸਰ, ਯੂਰਪ ਦਾ ਪ੍ਰੋਫੈਸਰ, ਕੋਈ ਫਰਾਂਸ ਦਾ ਹੋਵੇ, UK ਦਾ ਹੋਵੇ, ਹਨਾ, ਕਿਸੇ ਹੋਰ ਯੂਰਪ ਕੰਟਰੀ ਦਾ ਹੋਵੇ, ਉਹਦੇ ਪ੍ਰੋਫੈਸਰ ਨੂੰ ਜਿੰਨੀ ਤਨਖਾਹ ਮਿਲਦੀ ਸੀਗੀ, ਉਸ ਤਨਖਾਹ ਦਾ 2/3 ਤਨਖਾਹ ਇੰਡੀਅਨ ਨੂੰ ਮਿਲਦੀ ਸੀ, ਜੇ ਇੰਡੀਅਨ ਹੋਵੇ। ਇਹਦਾ ਮਤਲਬ ਕੀ ਹੋਇਆ ਪੂਰੇ ਸੈਂਟੈਂਸ ਦਾ? ਬ੍ਰਿਟਿਸ਼ ਰਾਜ ਦੇ ਦਿਨਾਂ ਵਿੱਚ, ਇਨ ਦੋਜ਼ ਡੇਜ਼ ਆਫ ਬ੍ਰਿਟਿਸ਼ ਰੂਲ, ਇੱਕ ਭਾਰਤੀ ਨੂੰ, ਐਨ ਇੰਡੀਅਨ, ਬ੍ਰਿਟਿਸ਼ ਪ੍ਰੋਫੈਸਰ ਦੀ ਤਨਖਾਹ ਦੀ 2/3 ਤਨਖਾਹ ਮਿਲਦੀ ਸੀ। ਫਿਰ ਕਹਿੰਦੇ ਬੋਸ ਅਪੁਆਇੰਟਮੈਂਟ, ਬੋਸ ਦੀ ਨਿਯੁਕਤੀ, ਬੋਸ ਦੀ ਥਾਪਣਾ, ਜੋ ਬੋਸ ਥਾਪਿਆ ਗਿਆ ਸੀਗਾ, ਉਹਦੀ ਜੋ ਨਿਯੁਕਤੀ ਸੀਗੀ, ਬੋਸ ਅਪੁਆਇੰਟਮੈਂਟ ਵਾਜ਼ ਅ ਟੈਂਪਰੇਰੀ ਵਨ, ਪੱਕੀ ਨੌਕਰੀ ਨਹੀਂ ਸੀ, ਟੈਂਪਰੇਰੀ ਸੀ, ਇਹਨੂੰ ਕਹਿੰਦੇ ਆਰਜ਼ੀ, ਪੰਜਾਬੀ 'ਚ ਕਹਿੰਦੇ ਆਰਜ਼ੀ ਸੀ। ਸੋ ਹੀ ਵਾਜ਼ ਗਿਵਨ ਓਨਲੀ ਹਾਫ ਦੀ ਰੇਟ ਆਫ ਅ ਯੂਰਪੀਅਨ, ਫॉर ਅ ਯੂਰਪੀਅਨ, ਮਤਲਬ ਕਿਉਂਕਿ ਉਹਦੀ ਨੌਕਰੀ ਇੱਕ ਤੇ ਪੱਕੀ ਨਹੀਂ ਸੀਗੀ, ਇੱਕ ਤੇ ਜੇ ਪੱਕੀ ਹੁੰਦੀ ਤਾਂ ਵੀ ਤਨਖਾਹ ਕਿੰਨੀ ਮਿਲਣੀ ਸੀ? 2/3 ਮਿਲਣੀ ਸੀਗੀ। ਦੂਜਾ ਉਹਦੀ ਨੌਕਰੀ ਪੱਕੀ ਨਹੀਂ ਸੀਗੀ, ਤੇ ਫਿਰ ਕਿੰਨੀ ਮਿਲਦੀ ਸੀ ਤਨਖਾਹ? ਅੱਧੀ ਮਿਲਦੀ ਸੀਗੀ। ਬੋਸ ਦੀ ਨਿਯੁਕਤੀ ਆਰਜ਼ੀ ਸੀ, ਅਪੁਆਇੰਟਮੈਂਟ ਵਾਜ਼ ਟੈਂਪਰੇਰੀ, ਨਿਯੁਕਤੀ ਆਰਜ਼ੀ ਸੀ, ਇਸ ਲਈ ਉਸਨੂੰ ਬ੍ਰਿਟਿਸ਼ ਦਰ ਦਾ, ਦਰ ਮੈਨੇ ਉਸ ਰੇਟ ਦਾ, ਸਿਰਫ ਅੱਧਾ ਦਿੱਤਾ ਜਾਂਦਾ ਸੀ। ਜਿੰਨੀ ਬ੍ਰਿਟਿਸ਼ ਪ੍ਰੋਫੈਸਰ ਨੂੰ ਤਨਖਾਹ ਮਿਲਦੀ ਸੀ, ਉਹਦੀ ਅੱਧੀ ਤਨਖਾਹ ਮਿਲਦੀ ਸੀ। ਫਿਰ ਕਹਿੰਦੇ ਬੋਸ ਵਾਜ਼ ਨੋਟ ਦੀ ਮੈਨ ਟੂ ਟੇਕ ਦਿਸ ਕੁਆਇਟਲੀ, ਇਹ ਹੁਣ ਲਿਖ ਲਓ, ਇਹ ਵੀ ਮੁਹਾਵਰਾ ਹੈ, ਟੂ ਟੇਕ ਸਮਥਿੰਗ ਕੁਆਇਟਲੀ, ਅਰਥਾਤ ਚੁੱਪ ਚਪੀਤੇ ਸਹਾਰ ਲੈਣਾ। ਜੋ ਬੇਇਨਸਾਫੀ ਹੋ ਰਹੀ ਹੈ ਜਾਂ ਕੋਈ ਗੱਲ ਗਲਤ ਹੋ ਰਹੀ ਹੈ, ਉਹਨੂੰ ਕਈ ਬੰਦੇ ਚੁੱਪ ਚਪੀਤੇ ਕਹਿੰਦੇ ਭਾਣਾ ਮਿੱਠਾ ਮੰਨ ਲੈਂਦੇ, ਦੇਖੀ ਜਾਏਗੀ, ਹਨਾ, ਵੀ ਚਲੋ ਕੋਈ ਗੱਲ ਨਹੀਂ, ਜਿੱਦਾਂ ਹੈ ਅੱਧੀ ਤਨਖਾਹ ਹੀ ਲੈ ਲੈਂਦੇ ਆ। ਪਰ ਕਹਿੰਦੇ ਬੋਸ ਵਾਜ਼ ਨੋਟ ਦੀ ਮੈਨ ਟੂ ਟੇਕ ਦਿਸ ਕੁਆਇਟਲੀ, ਬੋਸ ਇਸ ਨੂੰ ਚੁੱਪ ਚਪੀਤੇ, ਕੁਆਇਟਲੀ ਮੈਨੇ ਚੁੱਪ ਚਪੀਤੇ ਲੈਣ ਵਾਲਾ ਬੰਦਾ ਨਹੀਂ ਸੀ, ਅਰਥਾਤ ਉਹਨੇ ਇਹਦੇ ਖਿਲਾਫ ਸੰਘਰਸ਼ ਵਿੱਢਿਆ। ਹੁਣ ਦੇਖੋ ਬੱਚਿਓ, ਅੱਜ ਕਿਸਾਨ ਵੀ ਤੇ ਕੇਂਦਰ ਸਰਕਾਰ ਦੇ ਬੇਇਨਸਾਫੀ ਦੇ ਖਿਲਾਫ ਜਿਹੜੇ ਕਾਲੇ ਕਾਨੂੰਨ ਬਣਾਏ ਨੇ, ਸੰਘਰਸ਼ ਕਰਦੇ ਪਏ ਨੇ ਨਾ। ਇਹਦਾ ਮਤਲਬ ਕਿ ਜਿਹੜਾ ਕੰਮ ਬੋਸ ਨੇ ਕੀਤਾ ਸੀ ਉਦੋਂ ਗੋਰਿਆਂ ਦੇ ਖਿਲਾਫ, ਅੱਜ ਉਹੀ ਕੰਮ ਸਾਡੇ ਕਿਸਾਨ ਕੇਂਦਰ ਸਰਕਾਰ ਦੇ ਖਿਲਾਫ ਕਰਦੇ ਪਏ ਨੇ। ਸੋ ਇਹਦਾ ਮਤਲਬ ਕਿ ਇਹ ਸੰਘਰਸ਼ ਦਾ ਕੰਮ ਤੇ ਸਦਾ ਹੀ ਚੱਲਦਾ ਆਇਆ, ਚਾਹੇ ਉਹ ਵਿਦੇਸ਼ ਦੀਆਂ ਸਰਕਾਰਾਂ ਹੋਣ, ਚਾਹੇ ਆਪਣੀਆਂ ਸਰਕਾਰਾਂ ਹੋਣ, ਠੀਕ ਹੈ ਨਾ। ਸੋ ਬੋਸ ਵਾਜ਼ ਨੋਟ ਦੀ ਮੈਨ ਟੂ ਟੇਕ ਦਿਸ ਕੁਆਇਟਲੀ, ਬੋਸ ਇਸ ਨੂੰ ਚੁੱਪ ਚਪੀਤੇ ਲੈਣ ਵਾਲਾ ਬੰਦਾ ਨਹੀਂ ਸੀ। ਫਿਰ ਕਹਿੰਦੇ ਹੀ ਫੈਲਟ ਦੈਟ, ਉਹਨੇ ਮਹਿਸੂਸ ਕੀਤਾ ਕਿ ਪੀਪਲ, ਲੋਕ, ਹੂ ਡਿਡ ਦਾ ਸੇਮ ਅਮਾਊਂਟ, ਜੋ ਉਨਾ ਹੀ ਕੰਮ ਕਰਦੇ ਹੋਣ, ਐਂਡ ਸੇਮ ਕਾਈਂਡ ਆਫ ਵਰਕ, ਇੱਕੋ ਕਿਸਮ ਦਾ ਕੰਮ ਕਰਦੇ ਹੋਣ, ਸ਼ੁੱਡ ਬੀ ਪੇਡ ਦਾ ਸੇਮ ਸੈਲਰੀ, ਉਹਨਾਂ ਨੂੰ ਉਨੀ ਤਨਖਾਹ ਮਿਲਣੀ ਚਾਹੀਦੀ ਹੈ। ਵਟ ਐਵਰ, ਚਾਹੇ ਜਿਹੜੀ ਮਰਜ਼ੀ ਹੋਵੇ, ਰੇਸ, ਨਸਲ, ਚਾਹੇ ਉਹ ਕਾਲੇ ਹੋਣ, ਗੋਰੇ ਹੋਣ, ਕਣਕ ਬਿੰਨੇ ਹੋਣ, ਕਿਸੇ ਵੀ ਨਸਲ ਦੇ ਹੋਣ, ਔਰ ਨੇਸ਼ਨ, ਕਿਸੇ ਵੀ ਦੇਸ਼ ਦੇ ਹੋਣ, ਬਿਲੋਂਗ ਟੂ, ਉਹਨਾਂ ਸੰਬੰਧ ਰੱਖਦੇ ਹੋਣ। ਇਹਦਾ ਮਤਲਬ ਕੀ ਹੋਇਆ?
ਉਸਨੇ ਮਹਿਸੂਸ ਕੀਤਾ ਕਿ ਜਿਹੜੇ ਬੰਦੇ ਇੱਕੋ ਜਿੰਨਾ ਅਤੇ ਇੱਕੋ ਜਿਹਾ ਕੰਮ ਕਰਦੇ ਹਨ ਉਹਨਾਂ ਨੂੰ ਇੱਕੋ ਜਿਹੀ ਤਨਖਾਹ ਮਿਲਣੀ ਚਾਹੀਦੀ ਹੈ, ਭਾਵੇਂ ਉਹ ਕਿਸੇ ਵੀ ਨਸਲ ਜਾਂ ਨਾਗਰਿਕਤਾ ਦੇ ਹੋਣ, ਭਾਵੇਂ ਉਹਨਾਂ ਦੀ ਨੈਸ਼ਨੈਲਿਟੀ ਉਹ ਕਿਸੇ ਵੀ ਦੇਸ਼ ਦੇ ਵਸਨੀਕ ਹੋਣ, ਕਿਸੇ ਵੀ ਰੰਗ ਦੇ ਹੋਣ, ਰੂਪ ਦੇ ਹੋਣ, ਨਸਲ ਦੇ ਹੋਣ। ਜੇ ਉਹ ਕੰਮ ਇੱਕੋ ਜਿਹਾ ਹੈ, ਉਨਾ ਹੀ ਹੈ, ਤੇ ਫਿਰ ਉਹਨਾਂ ਨੂੰ ਉਨੀ ਹੀ ਤਨਖਾਹ ਮਿਲਣੀ ਚਾਹੀਦੀ, ਕੁਦਰਤੀ ਗੱਲ ਹੈਗੀ ਹੈ। ਇਟ ਇਜ਼ ਵਰਥ ਰਿਮੈਂਬਰਿੰਗ, ਵਰਥ ਰਿਮੈਂਬਰਿੰਗ ਮਾਨੇ ਚੇਤਾ ਰੱਖਣ ਯੋਗ ਗੱਲ, ਦੈਟ ਕਿ ਡਿਸਕਵਰੀਜ਼ ਲੱਭਤਾਂ, ਖੋਜਾਂ, ਡੂ ਨਾਟ ਕਮ ਨਹੀਂ ਆਉਂਦੀਆਂ, ਫਰੋਮ ਦੀ ਫੇਥਫੁਲ ਫਾਲੋਅਰਸ ਜਿਹੜੇ ਲਕੀਰ ਦੇ ਫਕੀਰ ਹੁੰਦੇ ਨੇ, ਜਿਹੜੇ ਵਫਾਦਾਰ ਚੇਲੇ ਹੁੰਦੇ ਨੇ, ਐਂਡ ਦੀ ਯੈਸ ਮੈਨ, ਯੈਸ ਮੈਨ ਨੂੰ ਲਿਖ ਲਓ, ਯੈਸ ਮੈਨ ਹੁੰਦਾ ਹੈ ਜੀ ਹਜ਼ੂਰੀਆ, ਹਾਂਜੀ ਹਾਂਜੀ ਹਾਂਜੀ, ਜੋ ਤੁਸੀਂ ਕਹਿੰਦੇ ਹੋ ਹਾਂਜੀ ਹਾਂਜੀ। ਕਈ ਬੰਦੇ ਬੜੇ ਚਾਪਲੂਸੀ ਕਰਦੇ ਨਾ, ਉਹ ਕਦੀ ਵੀ ਸਵਾਲ ਨਹੀਂ ਪੁੱਛਦੇ। ਹੁਣ ਜਿੱਦਾਂ ਅੱਜ ਬੰਦੇ, ਹੁਣ ਕੇਂਦਰ ਸਰਕਾਰ 'ਚ ਇੱਦਾਂ ਹੀ ਹੈ, ਕਿੰਨੇ ਸਾਰੇ ਮਿਨਿਸਟਰ ਨੇ, ਕਿੰਨੇ MP ਨੇ, ਕੋਈ ਮੋਦੀ ਦੇ ਬੋਰੇ ਜਾਂ ਸ਼ਾਹ ਬੋਰੇ ਕੋਈ ਅੱਖ ਚੱਕ ਕੇ ਗੱਲ ਕਰਨ ਨੂੰ ਤਿਆਰ ਨਹੀਂ ਹੈਗਾ, ਹਿੰਮਤ ਨਹੀਂ ਹੈਗੀ ਕਿਸੇ ਵਿੱਚ, ਠੀਕ ਹੈ ਨਾ। ਸੋ ਯੈਸ ਮੈਨ ਆਫ ਸਾਇੰਸ ਕਹਿੰਦੇ ਵੀ ਸਾਇੰਸ ਦੇ ਵਿੱਚ ਇਹ ਗੱਲ ਚੇਤਾ ਰੱਖਣ ਯੋਗ ਹੈ ਕਿ ਵਫਾਦਾਰ ਚੇਲੇ ਜਾਂ ਜੀ ਹਜ਼ੂਰੀਏ ਖੋਜਾਂ ਨਹੀਂ ਕਰਦੇ। ਜਿਹੜੇ ਵਿਗਿਆਨ ਦੀਆਂ ਖੋਜਾਂ ਉਹੀ ਬੰਦੇ ਕਰ ਸਕਦੇ ਨੇ ਜਿਹੜੇ ਬਾਗੀ ਕਿਸਮ ਦੇ ਹੋਣ, ਸਵਾਲ ਪੁੱਛਣ ਵਾਲੇ ਹੋਣ। ਜਿਹੜੇ ਵਫਾਦਾਰ ਚੇਲੇ ਨੇ ਵੀ ਜੋ ਪੜ੍ਹ ਲਿਆ ਉਹਦੇ ਉੱਤੇ ਲੱਗੇ ਗਏ, ਲਕੀਰ ਦੇ ਫਕੀਰ ਬਣ ਗਏ, ਹਾਂਜੀ ਹਾਂਜੀ ਕਰਦੇ ਗਏ, ਇਹੋ ਜਿਹੇ ਬੰਦੇ ਕੋਈ ਨਵੀਂ ਕਾਢ ਨਹੀਂ ਕੱਢ ਸਕਦੇ। ਫਿਰ ਕਹਿੰਦੇ ਦੇ ਕਮ ਫਰੋਮ ਦੀ ਡਾਊਟਰਸ, ਡਾਊਟਰਸ ਹੁੰਦੇ ਨੇ ਜਿਹੜੇ ਸਵਾਲ ਕਰਦੇ ਨੇ, ਕਿ ਜੋ ਕਿਹਾ ਉਹਨੂੰ ਇਨ ਬਿਨ ਮੰਨ ਨਹੀਂ ਲੈਂਦੇ, ਉਹ ਤੇ ਸਵਾਲ ਕਰਦੇ ਨੇ ਵੀ ਇਹ ਕਿੱਦਾਂ ਹੋਇਆ ਜੀ, ਇਹ ਕਿਵੇਂ ਹੋਇਆ ਜੀ, ਇਹਦਾ ਸਬੂਤ ਕੋ ਦੱਸੋ ਜੀ, ਇਹਦੇ ਤੁਸੀਂ ਕੀ ਖੋਜ ਕੀਤੀ ਹੈਗੀ ਹੈ, ਇਹਦਾ ਕੀ ਪ੍ਰਮਾਣ ਹੈਗਾ, ਉਹਨੂੰ ਕਹਿੰਦੇ ਨੇ ਡਾਊਟਰਸ। ਐਂਡ ਦੀ ਰਿਬੈਲਸ, ਰਿਬੈਲ ਹੁੰਦੇ ਬਾਗੀ, ਜੋ ਬਣਿਆ ਹੋਇਆ ਸਿਸਟਮ ਹੈ ਉਹਦੇ ਖਿਲਾਫ ਆਵਾਜ਼ ਚੁੱਕਣ। ਕਹਿੰਦੇ ਇਹ ਕੰਮ ਬਾਗੀ ਅਤੇ ਸਵਾਲ ਪੁੱਛਣ ਵਾਲੇ ਕਰਦੇ ਹਨ, ਕਾਢਾਂ ਦਾ ਕੰਮ, ਖੋਜਾਂ ਦਾ ਕੰਮ। ਕਹਿੰਦੇ ਬੋਸ ਵਾਜ਼ ਬਾਈ ਨੇਚਰ ਆ ਰਿਬੈਲ, ਬੋਸ ਸੁਭਾਅ ਤੋਂ ਇੱਕ ਬਾਗੀ ਸੀ, ਮਤਲਬ ਬੋਸ ਦੇ ਸੁਭਾਅ ਵਿੱਚ ਇਹ ਸਵਾਲ ਪੁੱਛਣਾ ਤੇ ਬਗਾਵਤ ਕਰਨੀ ਉਹਦੇ ਸੁਭਾਅ ਵਿੱਚ ਸੀ। ਹੀ ਰਿਫਿਊਜ਼ਡ, ਉਹਨੇ ਮਨਾ ਕਰਤਾ, ਟੂ ਟੱਚ ਐਨੀ ਪਾਰਟ ਆਫ ਹਿਸ ਸੈਲਰੀ, ਆਪਣੀ ਤਨਖਾਹ ਦੇ ਕਿਸੇ ਵੀ ਹਿੱਸੇ ਨੂੰ ਹੱਥ ਲਾਉਣ ਤੋਂ ਮਨਾ ਕਰਤਾ ਫॉर 3 years, ਜਦ ਤੱਕ ਜਦੋਜਹਿਦ ਚੱਲਦੀ ਰਹੀ। ਕਹਿੰਦਾ ਮੈਨੂੰ ਪੂਰੀ ਤਨਖਾਹ ਚਾਹੀਦੀ ਹੈ, ਮੈਂ 2/3 ਜਾਂ ਅੱਧੀ ਤਨਖਾਹ ਨੂੰ ਮੈਂ ਹੱਥ ਨਹੀਂ ਲਾਣਾ। ਉਸਨੇ 3 ਸਾਲ ਲਈ ਆਪਣੀ ਤਨਖਾਹ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ। ਇਟ ਵਾਜ਼ ਅ ਕੁਐਸਚਨ ਆਫ ਹਿਸ ਸੈਲਫ ਰਿਸਪੈਕਟ, ਸੈਲਫ ਰਿਸਪੈਕਟ ਦਾ ਮਤਲਬ ਹੈ ਅਣਖ। ਐਂਡ ਹੀ ਵਾਜ਼ ਨਾਟ ਰੈਡੀ ਟੂ ਗਿਵ ਅਪ ਹਿਸ ਪ੍ਰਿੰਸੀਪਲ, ਗਿਵ ਅਪ ਹੁੰਦਾ ਬੱਚੋ ਤਿਆਗ ਦੇਣਾ, ਛੱਡ ਦੇਣਾ, ਪ੍ਰਿੰਸੀਪਲ ਹੁੰਦਾ ਹੈ ਸਿਧਾਂਤ, ਅਸੂਲ। ਇਹ ਉਸ ਦੀ ਅਣਖ ਦਾ ਸਵਾਲ ਸੀ ਅਤੇ ਉਹ ਆਪਣੇ ਅਸੂਲ ਛੱਡਣ ਨੂੰ ਤਿਆਰ ਨਹੀਂ ਸੀ। ਇਨ ਦੀ ਐਂਡ, ਇਨ ਦੀ ਐਂਡ ਮਾਨੇ ਓੜਕ, ਅਖੀਰ ਨੂੰ, ਵਿਕਟਰੀ, ਜਿੱਤ, ਵਾਜ਼ ਹਿਸ, ਉਹਦੀ ਹੋਈ, ਓੜਕ ਉਸ ਦੀ ਜਿੱਤ ਹੋਈ, ਅੰਤ ਨੂੰ ਉਸ ਦੀ ਜਿੱਤ ਹੋਈ, ਅਰਥਾਤ 3 ਸਾਲ ਦੀ ਤਣਾਤਣੀ ਵਿੱਚ ਉਹਦੀ ਜਿੱਤ ਹੋਈ। ਜਿਵੇਂ ਅੱਜ ਵੀ ਜਿਹੜੇ ਸੂਝਵਾਨ ਲੋਕ ਨੇ, ਜਿਹੜੇ ਦਇਆਵਾਨ ਲੋਕ ਨੇ, ਜਿਹੜੇ ਜ਼ਮੀਨ ਨਾਲ ਜੁੜੇ ਨੇ, ਜ਼ਮੀਰ ਵਾਲੇ ਨੇ, ਉਹ ਇਹੀ ਅਰਦਾਸਾਂ ਕਰ ਰਹੇ ਨੇ, ਇਹੀ ਆਸਾਂ ਕਰ ਰਹੇ ਨੇ ਕਿ ਕਿਸਾਨ ਦੀ ਜਿੱਤ ਅਖੀਰ ਨੂੰ ਹੋਏਗੀ। ਫਿਰ ਕਹਿੰਦੇ ਬੋਸ ਨਾਓ ਬਿਗਿਨ ਦੀ ਵਰਕ, ਬੋਸ ਨੇ ਹੁਣ ਕੰਮ ਸ਼ੁਰੂ ਕੀਤਾ, ਉਹ ਵਾਲਾ ਬਿਗਿਨ ਮੈਨੇ ਸ਼ੁਰੂ ਕਰਨਾ, ਬਿਗਿਨ ਮੈਨੇ ਸ਼ੁਰੂ ਕੀਤਾ। ਵਿਚ ਹੈਜ਼ ਮੇਡ ਹਿਮ ਫੇਮਸ, ਜਿਸ ਕੰਮ ਨੇ ਉਸਨੂੰ ਮਸ਼ਹੂਰ ਕਰ ਦਿੱਤਾ ਹੈ, ਫੇਮਸ ਔਰ ਆਲ ਓਵਰ ਦਾ ਵਰਲਡ, ਸਾਰੀ ਦੁਨੀਆ ਵਿੱਚ। ਬੋਸ ਨੇ ਹੁਣ ਉਹ ਕੰਮ ਆਰੰਭਿਆ, ਸ਼ੁਰੂ ਕੀਤਾ, ਬਿਗਨ, ਜਿਸ ਨੇ ਉਸਨੂੰ ਸਾਰੀ ਦੁਨੀਆ 'ਚ ਮਸ਼ਹੂਰ ਕਰ ਦਿੱਤਾ ਹੈ। ਹੀ ਹੈਡ ਫਰੋਮ ਬॉयहुड, ਬॉयहुड ਹੁੰਦਾ ਬੱਚਿਓ ਜਦੋਂ ਮੁੰਡਾ ਖੁੰਡਾ ਹੁੰਦਾ ਬੰਦਾ, ਬਚਪਨ, ਬਚਪਨ ਕਹਿ ਸਕਦੇ ਹਾਂ, ਚਾਈਲਡਹੁੱਡ ਨੂੰ ਵੀ ਬਚਪਨ ਕਹਿ ਦਿੰਦੇ ਹਾਂ, ਬॉयहुड ਨੂੰ ਵੀ ਬਚਪਨ ਕਹਿ ਦਿੰਦੇ ਹਾਂ। ਚਾਈਲਡਹੁੱਡ ਜਿਹੜਾ ਹੁੰਦਾ ਜਿਹੜਾ ਬੱਚਾ ਬਹੁਤ ਛੋਟਾ ਹੋ ਜਾਏ, ਤੇ ਬॉयहुड ਅਸੀਂ ਕਹਿ ਸਕਦੇ ਹਾਂ ਐਡਲਟ ਤੋਂ ਥੱਲੇ ਥੱਲੇ, ਮਤਲਬ ਜਦੋਂ ਬੰਦਾ ਕਹਿ ਲਓ 9ਵੀਂ 10ਵੀਂ 'ਚ 8ਵੀਂ 9ਵੀਂ 'ਚ ਪੜ੍ਹਦਾ, ਅਸੀਂ ਉਸ ਉਮਰ ਨੂੰ ਬॉयहुड ਕਹਿ ਦਿੰਦੇ ਹਾਂ। ਸੋ ਹੀ ਹੈਡ ਫਰੋਮ ਬॉयहुड ਬੀਨ ਇੰਟਰਸਟਿਡ, ਰੁਚੀ ਰੱਖਦਾ ਸੀ, ਇਨ ਐਨੀਮਲ, ਜਾਨਵਰ, ਐਂਡ ਪਲਾਂਟ ਲਾਈਫ, ਪੌਦਿਆਂ ਦੀ, ਬਨਸਪਤੀ ਵਿੱਚ ਤੇ ਜਾਨਵਰਾਂ ਵਿੱਚ। ਐਂਡ ਨਾਓ ਹਿਜ਼ ਵਰਕ ਇਨ ਫਿਜ਼ਿਕਸ, ਤੇ ਉਹਦਾ ਭੌਤਿਕ ਗਿਆਨ ਵਿੱਚ ਜਾਂ ਪਦਾਰਥ ਗਿਆਨ ਵਿੱਚ ਜਿਹੜਾ ਉਹਦਾ ਕੰਮ ਸੀ, ਲੈਡ ਹਿਮ ਉਸ ਪਾਸੇ ਲੈ ਗਿਆ, ਬੈਕ ਟੂ ਹਿਜ਼ ਓਲਡ ਲਵ, ਉਹਦਾ ਜੋ ਪੁਰਾਣਾ ਉਹਦਾ ਪਿਆਰ ਸੀ ਪੌਦਿਆਂ ਨਾਲ, ਜੀਵਾਂ ਦੇ ਨਾਲ, ਉਸ ਪਾਸੇ ਹੀ ਲੈ ਗਿਆ। ਅਰਥਾਤ ਪੜ੍ਹਦਾ ਤੇ ਉਹ ਭੌਤਿਕ ਗਿਆਨ ਸੀਗਾ, ਪਰ ਭੌਤਿਕ ਗਿਆਨ ਦਾ ਕੰਮ ਕਰਦੇ ਕਰਦੇ ਉਹ ਪੌਦਿਆਂ ਵਾਲੇ ਪਾਸੇ ਵੀ ਉਹਨਾਂ ਦਾ, ਪੌਦਿਆਂ ਦੀ ਸਟੱਡੀ ਕਰਨੀ ਕਿ ਪੌਦਿਆਂ 'ਚ ਦਿਲ ਹੁੰਦਾ ਹੈ, ਦੇਖ ਸਕਦੇ ਨੇ, ਮਹਿਸੂਸ ਕਰ ਸਕਦੇ ਨੇ। ਕਹਿੰਦੇ ਬਚਪਨ ਤੋਂ ਹੀ ਉਸਦਾ ਝੁਕਾਅ, ਇੰਟਰਸਟਿਡ, ਜੀਵਾਂ ਅਤੇ ਪੌਦਿਆਂ ਵੱਲ ਸੀ, ਅਤੇ ਹੁਣ ਭੌਤਿਕ ਗਿਆਨ ਵਿਚਲਾ ਉਸਦਾ ਕੰਮ
ਉਸ ਨੂੰ ਮੁੜ ਆਪਣੇ ਪੁਰਾਣੇ ਸ਼ੌਕ ਹਿਜ਼ 올ਡ ਲਵ ਪੁਰਾਣੇ ਪਿਆਰ ਵੱਲ ਲੈ ਗਿਆ। ਮਤਲਬ ਕਿ ਬਚਪਨ 'ਚ ਤੇ ਉਹਦਾ ਸ਼ੌਕ ਇਸ ਪਾਸੇ ਸੀਗਾ ਹੀ, ਫਿਰ ਉਹ ਕਾਲਜ ਚਲਾ ਗਿਆ, ਪੜ੍ਹਨ ਲੱਗ ਗਿਆ, ਪ੍ਰੋਫੈਸਰੀ 'ਚ ਪੈ ਗਿਆ, ਉਸ ਪਾਸੇ ਲੱਗ ਗਿਆ। ਜਦੋਂ ਉਹਨੇ ਕੰਮ ਸ਼ੁਰੂ ਕੀਤਾ ਤੇ ਕੰਮ ਸਬੱਬ ਨਾਲ ਐਸਾ ਹੋਇਆ ਕਿ ਉਹ ਪੌਦਿਆਂ ਵਾਲੇ ਪਾਸੇ ਹੀ ਭੌਤਿਕ ਗਿਆਨ ਦਾ ਕੰਮ ਕਰਨ ਲੱਗ ਗਿਆ। ਸੋ ਇਹ ਸੀ ਪਿਆਰੇ ਵਿਦਿਆਰਥੀਓ ਪਾਰਟ 1 ਆਫ ਦਿਸ ਲੈਸਨ। ਸੋ ਅਗਲੇ ਹਿੱਸੇ ਵਿੱਚ ਅਸੀਂ ਇਸ ਲੈਸਨ ਨੂੰ ਪੂਰਾ ਦੂਜੇ ਹਿੱਸੇ 'ਚ ਖਤਮ ਕਰ ਦੇਵਾਂਗੇ। ਸੋ ਤੁਸੀਂ ਇਸੇ ਤਰ੍ਹਾਂ ਮਿਹਨਤ ਦੇ ਨਾਲ, ਅਨੁਸ਼ਾਸਨ ਦੇ ਨਾਲ, ਰੈਗੂਲੈਟਰੀ ਦੇ ਨਾਲ ਆਪਣੀ ਪੜ੍ਹਾਈ ਕਰੀ ਚਲੋ। ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।